Hello students, in my previous lecture we discussed traditional theory of cost. In this lecture we discuss long run cost curve and modern theory of cost. First we discuss relationship between average cost and marginal cost curve. Figure 10 ਦੇ ਅਕੋਰਡਿੰਗ ਅਸੀਂ ਐਵਰੇਜ ਕੋਸਟ ਤੇ ਮਾਰਜਨਲ ਕੋਸਟ ਵਿੱਚ ਰਿਲੇਸ਼ਨ ਨੂੰ ਸ਼ੋ ਕਰ ਸਕਦੇ ਹਾਂ। ਜਦੋਂ ਐਵਰੇਜ ਕੋਸਟ ਡਿਕਰੀਜ਼ ਕਰਦੀ ਆ ਤੇ ਮਾਰਜਨਲ ਕੋਸਟ ਵੀ ਡਿਕਰੀਜ਼ ਕਰਦੀ ਆ, ਬਟ ਮਾਰਜਨਲ ਕੋਸਟ ਇਜ਼ ਲੈਸ ਦੈਨ ਐਵਰੇਜ ਕੋਸਟ। ਜਦੋਂ ਐਵਰੇਜ ਕੋਸਟ ਇਨਕਰੀਜ਼ ਕਰਦੀ ਆ ਤੇ ਮਾਰਜਨਲ ਕੋਸਟ ਵੀ ਇਨਕਰੀਜ਼ ਕਰਦੀ ਆ, ਬਟ ਐਮ ਸੀ ਇਜ਼ ਗ੍ਰੇਟਰ ਦੈਨ ਏ ਸੀ ਹੁੰਦੀ ਆ। ਐਂਡ ਐਮ ਸੀ ਕੱਟ ਏ ਸੀ ਐਟ ਇਟਸ ਲੋਐਸਟ ਪੁਆਇੰਟ। ਜਦੋਂ ਐਵਰੇਜ ਕੋਸਟ ਆਪਣੇ ਸਭ ਤੋਂ ਲੋਐਸਟ ਪੁਆਇੰਟ 'ਤੇ ਮਿਨੀਮਮ ਪੁਆਇੰਟ 'ਤੇ ਹੁੰਦੀ ਆ, ਐਵਰੇਜ ਕੋਸਟ ਉਸ ਪੁਆਇੰਟ 'ਤੇ ਮਾਰਜਨਲ ਕੋਸਟ ਉਸ ਪੁਆਇੰਟ 'ਤੇ ਐਵਰੇਜ ਕੋਸਟ ਨੂੰ ਕੱਟ ਕਰਕੇ ਨਿਕਲਦੀ ਹੈ, ਦੈਟ ਇਜ਼ ਈ ਪੁਆਇੰਟ 'ਤੇ। The next is relationship between cost curve and productive curve. There is inverse relationship between cost curve and productive curve, ਕਿਉਂਕਿ ਜਿਹੜੀ ਐਵਰੇਜ ਕੋਸਟ ਐਂਡ ਮਾਰਜਨਲ ਕੋਸਟ ਕਰਵ ਹੁੰਦੀਆਂ ਉਹ ਕੀ ਹੁੰਦੀਆਂ, ਯੂ ਸ਼ੇਪਡ ਹੁੰਦੀਆਂ। ਮਾਰਜਨਲ ਪ੍ਰੋਡਕਟ ਤੇ ਐਵਰੇਜ ਪ੍ਰੋਡਕਟ ਕਰਵ ਇਨਵਰਟਡ ਯੂ ਸ਼ੇਪਸ ਦੀਆਂ ਹੁੰਦੀਆਂ। ਇਹ ਡਾਇਗਰਾਮ ਦੇ ਵਿੱਚ ਪ੍ਰੋਡਕਟਿਵ ਕਰਵਸ ਨੂੰ ਸ਼ੋ ਕੀਤਾ ਗਿਆ, ਬੀ ਡਾਇਗਰਾਮ ਵਿੱਚ ਕੋਸਟ ਕਰਵਸ ਨੂੰ। ਜਦੋਂ ਮਾਰਜਨਲ ਪ੍ਰੋਡਕਟ ਇਨਕਰੀਜ਼ ਕਰ ਰਹੀ ਆ ਤੇ ਮਾਰਜਨਲ ਕੋਸਟ ਡਿਕਰੀਜ਼ ਕਰਦੀ ਆ। ਜਦੋਂ ਮਾਰਜਨਲ ਪ੍ਰੋਡਕਟ ਮੈਕਸੀਮਮ ਹੁੰਦਾ ਉਸ ਟਾਈਮ 'ਤੇ ਜਿਹੜੀ ਐਵਰੇਜ ਮਾਰਜਨਲ ਕੋਸਟ ਉਹ ਮਿਨੀਮਮ ਹੁੰਦੀ ਆ। ਜਦੋਂ ਮਾਰਜਨਲ ਪ੍ਰੋਡਕਟ ਡਿਕਰੀਜ਼ ਕਰਦਾ ਤੇ ਮਾਰਜਨਲ ਕੋਸਟ ਇਨਕਰੀਜ਼ ਕਰਨਾ ਸਟਾਰਟ ਕਰ ਦਿੰਦੀ ਆ। ਸੇਮ ਇਸੇ ਤਰ੍ਹਾਂ ਐਵਰੇਜ ਪ੍ਰੋਡਕਟ ਅਤੇ ਐਵਰੇਜ ਕੋਸਟ ਦਾ ਰਿਲੇਸ਼ਨਸ਼ਿਪ, ਜਦੋਂ ਐਵਰੇਜ ਪ੍ਰੋਡਕਟ ਇਨਕਰੀਜ਼ ਕਰਦਾ ਆ ਅਤੇ ਐਵਰੇਜ ਕੋਸਟ ਡਿਕਰੀਜ਼ ਕਰਦੀ ਆ। ਜਦੋਂ ਐਵਰੇਜ ਪ੍ਰੋਡਕਟ ਮੈਕਸੀਮਮ ਦੈਟ ਇਜ਼ ਬੀ ਪੁਆਇੰਟ 'ਤੇ ਹੁੰਦਾ ਅਤੇ ਐਵਰੇਜ ਕੋਸਟ ਮਿਨੀਮਮ ਹੁੰਦੀ ਆ। ਜਦੋਂ ਐਵਰੇਜ ਪ੍ਰੋਡਕਟ ਡਿਕਰੀਜ਼ ਕਰਦਾ ਅਤੇ ਐਵਰੇਜ ਕੋਸਟ ਇਨਕਰੀਜ਼ ਕਰਨਾ ਸਟਾਰਟ ਕਰ ਦਿੰਦੀ ਆ। ਮਾਰਜਨਲ ਪ੍ਰੋਡਕਟ ਐਵਰੇਜ ਪ੍ਰੋਡਕਟ ਨੂੰ ਉਸਦੇ ਮੈਕਸੀਮਮ ਪੁਆਇੰਟਸ 'ਤੇ ਕੱਟ ਕਰਕੇ ਇੰਟਰਸੈਕਟ ਕਰਕੇ ਨਿਕਲਦਾ ਹੈ, ਐਂਡ ਮਾਰਜਨਲ ਕੋਸਟ ਐਵਰੇਜ ਕੋਸਟ ਨੂੰ ਉਸਦੇ ਮਿਨੀਮਮ ਪੁਆਇੰਟ 'ਤੇ ਇੰਟਰਸੈਕਟ ਕਰਦਾ ਹੈ। ਨੈਕਸਟ ਇਜ਼ ਦੀ ਕੋਸਟ ਇਨ ਦੀ ਲੌਂਗ ਰਨ। The long run is the period of time in which all inputs are variable. Long run ਕਿਹੜਾ ਪੀਰੀਅਡ ਹੁੰਦਾ ਜਿਸ ਵਿੱਚ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਔਰ ਇਨਪੁਟਸ ਕੀ ਵੇਰੀਏਬਲਸ ਹੁੰਦੇ ਉਹਨਾਂ ਨੂੰ ਚੇਂਜ ਕੀਤਾ ਜਾ ਸਕਦਾ ਹੈ। ਇਸ ਲਈ ਫਰਮਸ ਕੋਲ ਸਫੀਸ਼ੀਐਂਟ ਟਾਈਮਸ ਹੁੰਦਾ ਹੈ ਕਿ ਉਹ ਆਪਣੇ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੇ ਲਈ ਆਊਟਪੁੱਟਸ ਨੂੰ, ਜੋ ਵੀ ਨਿਊ ਮਸ਼ੀਨਰੀਜ਼, ਇਕੁਇਪਮੈਂਟਸ, ਬਿਲਡਿੰਗਸ ਚਾਹੀਦੀਆਂ ਉਹਨਾਂ ਨੂੰ ਚੇਂਜ ਕਰਨ ਦੇ ਲਈ ਉਸ ਕੋਲ ਸਫੀਸ਼ੀਐਂਟ ਟਾਈਮਸ ਹੁੰਦਾ ਹੈ। ਇਸ ਲਈ ਲੌਂਗ ਰਨ ਦੇ ਵਿੱਚ ਕੋਸਟ ਕਰਵਸ, ਜਿਸ ਤਰ੍ਹਾਂ ਸ਼ਾਰਟ ਰਨ ਦੇ ਵਿੱਚ 3 ਟਾਈਪਸ ਸੀ, ਲੌਂਗ ਰਨ ਦੇ ਵਿੱਚ ਵੀ 3 ਟਾਈਪਸ ਦੀ ਕੋਸਟ ਕਰਵਸ ਹੁੰਦੀਆਂ। ਲੌਂਗ ਰਨ ਟੋਟਲ ਕੋਸਟ, ਲੌਂਗ ਰਨ ਐਵਰੇਜ ਕੋਸਟ ਕਰਵ ਐਂਡ ਲੌਂਗ ਰਨ ਮਾਰਜਨਲ ਕੋਸਟ ਕਰਵ। Long run total cost. In the short run we may distinguish 3 total cost curve: total fixed cost, total variable cost and total cost. ਸ਼ਾਰਟ ਰਨ ਦੇ ਵਿੱਚ ਅਸੀਂ 3 ਅਲੱਗ ਡਿਫਰੈਂਟ ਤਰ੍ਹਾਂ ਦੀਆਂ ਟੋਟਲ ਕੋਸਟ ਨੂੰ ਸਟੱਡੀ ਕੀਤਾ ਸੀ: ਟੋਟਲ ਕੋਸਟ ਕਰਵ, ਟੋਟਲ ਫਿਕਸਡ ਕੋਸਟ ਕਰਵ ਐਂਡ ਟੋਟਲ ਵੇਰੀਏਬਲ ਕੋਸਟ। ਬਟ ਲੌਂਗ ਰਨ ਦੇ ਵਿੱਚ ਜਿਹੜੇ ਸਾਰੇ ਇਨਪੁਟਸ ਆ ਉਹ ਵੇਰੀਏਬਲ ਹੁੰਦੇ ਆ। ਇਸ ਲਈ ਜਿਹੜੀ ਲੌਂਗ ਰਨ ਦੇ ਵਿੱਚ ਅਸੀਂ ਕੇਵਲ ਇੱਕ ਹੀ ਟੋਟਲ ਲੌਂਗ ਰਨ ਕੋਸਟ ਕਰਵ ਨੂੰ ਸਟੱਡੀ ਕਰਾਂਗੇ। ਦੀ ਲੌਂਗ ਰਨ ਟੋਟਲ ਕੋਸਟ ਇਜ਼ ਦੀ ਮਿਨੀਮਮ ਕੋਸਟ ਐਟ ਵਿਚ ਈਚ ਲੈਵਲ ਆਫ ਆਊਟਪੁੱਟ ਕੈਨ ਬੀ ਪ੍ਰੋਡਿਊਸਡ। ਜਿਹੜਾ ਲੌਂਗ ਰਨ ਕੋਸਟ ਕਰਵ ਹੁੰਦੀ ਆ ਉਹ ਆਲਵੇਜ਼ ਜਾਂ ਤਾਂ ਲੈਸ ਦੈਨ ਹੁੰਦੀ ਆ ਜਾਂ ਇਕੁਅਲ ਹੁੰਦੀ ਆ ਸ਼ਾਰਟ ਰਨ ਕੋਸਟ ਕਰਵ ਤੋਂ, ਬਟ ਕਦੀ ਵੀ ਉਹ ਸ਼ਾਰਟ ਰਨ ਕੋਸਟ ਕਰਵ ਤੋਂ ਗ੍ਰੇਟਰ ਦੈਨ ਨਹੀਂ ਹੋ ਸਕਦੀ। Next is the long run average cost curve or envelope curve. Long run average cost curve refers to minimum possible per unit cost of producing different quantities of output in the long period. ਲੌਂਗ ਰਨ ਦੀ ਜਿਹੜੀ ਕੋਸਟ ਐਵਰੇਜ ਕੋਸਟ ਕਰਵ ਹੁੰਦੀ ਆ ਉਹ ਪਰ ਯੂਨਿਟ ਕਾਸਟ ਆਫ ਪ੍ਰੋਡਕਸ਼ਨ ਹੁੰਦੀ ਜੋ ਕਿ ਮਿਨੀਮਮ ਹੁੰਦੀ ਆ। It is determined by dividing long run total cost by the quantity of output. ਲੌਂਗ ਪੀਰੀਅਡ ਦੇ ਵਿੱਚ ਇੱਕ ਫਰਮ ਕੀ ਕਰਦੀ ਹੈ, ਆਪਣੇ ਪ੍ਰੋਡਕਸ਼ਨ ਕਰਨ ਦੇ ਲਈ ਡਿਫਰੈਂਟ ਸਾਈਜ਼ ਆਫ ਪਲਾਂਟਸ ਨੂੰ ਯੂਜ਼ ਕਰਦੀ ਆ ਕਿ ਉਹ ਗਿਵਨ ਕੁਆਂਟਿਟੀ ਆਫ ਆਊਟਪੁੱਟ ਨੂੰ ਪ੍ਰੋਡਿਊਸ ਕਰਨ ਦੇ ਲਈ ਸਪੈਸ਼ਲ ਸਾਈਜ਼ ਪਲਾਂਟਸ ਮਤਲਬ ਕਿ ਸਪੈਸ਼ਲ ਮਸ਼ੀਨਸ ਨੂੰ ਯੂਜ਼ ਕਰਦੀ ਆ, ਜਿਸ ਨਾਲ ਕੀ ਹੁੰਦਾ ਹੈ ਕਿ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਆ
ਤੇ ਪਰ ਯੂਨਿਟ ਜਿਹੜੀ ਕੋਸਟ ਹੈ ਐਵਰੇਜ ਕੋਸਟ ਉਹ ਲੋਐਸਟ ਹੋ ਜਾਂਦੀ ਆ। ਇਸ ਲਈ ਇੱਕ ਰੈਸ਼ਨਲ ਪ੍ਰੋਡਿਊਸਰ ਆ ਇਨ ਦੀ ਲੌਂਗ ਰਨ ਵਿਲ ਪ੍ਰੋਡਿਊਸ ਵਿਦ ਦੀ ਹੈਲਪ ਆਫ ਸੱਚ ਏ ਪਲਾਂਟ ਐਜ਼ ਮੇ ਰਿਡਿਊਸ ਦੀ ਐਵਰੇਜ ਕੋਸਟ ਟੂ ਦੀ ਮਿਨੀਮਮ। ਇਸ ਕਾਰਨ ਲੌਂਗ ਰਨ ਦੀ ਜਿਹੜੀ ਐਵਰੇਜ ਕੋਸਟ ਕਰਵ ਹੁੰਦੀ ਹੈ ਐਜ਼ ਕੰਪੇਅਰ ਟੂ ਸ਼ਾਰਟ ਰਨ ਐਵਰੇਜ ਕੋਸਟ ਕਰਵ ਉਹ ਮਿਨੀਮਮ ਹੁੰਦੀ ਹੈ, ਬਿਕੋਜ਼ ਲੌਂਗ ਰਨ ਦੇ ਵਿੱਚ ਇੱਕ ਐਂਟਰਪ੍ਰੀਨੋਰ ਇੱਕ ਫਰਮ ਦੇ ਕੋਲ ਇਨਫ ਟਾਈਮ ਹੁੰਦਾ ਹੈ ਨਿਊ ਮਸ਼ੀਨਰੀਜ਼ ਜਾਂ ਇਕੁਇਪਮੈਂਟਸ ਨੂੰ ਲਾਂਚ ਕਰਨ ਦੇ ਲਈ, ਜਿਸ ਨਾਲ ਕਿ ਉਸਦੀ ਜਿਹੜੀ ਪ੍ਰੋਡਕਟੀਵਿਟੀ ਪ੍ਰੋਡਕਸ਼ਨ ਜ਼ਿਆਦਾ ਹੁੰਦਾ ਹੈ ਅਤੇ ਪਰ ਯੂਨਿਟ ਜਿਹੜੀ ਕੋਸਟ ਆ ਉਹ ਡਿਕਰੀਜ਼ ਕਰ ਜਾਂਦੀ ਹੈ। ਸਪੋਜ਼ ਇੱਕ ਫਰਮ ਆ ਉਸਦੇ ਕੋਲ 2 ਟਾਈਪਸ ਆਫ ਪਲਾਂਟਸ ਆ, ਵਨ ਇਜ਼ ਏ ਸਮਾਲ ਪਲਾਂਟ ਐਂਡ second is a large plant. The firm can in the long run plans to invest on the most profitable one. कि firm in a short run average cost curve SA1 and SA2 ਦੇ ਅਕੋਰਡਿੰਗ ਇਹ ਡਿਸਾਈਡ ਕਰਦੀ ਕਿ ਲੌਂਗ ਰਨ ਵਿੱਚ ਉਹ ਕਿਸ ਪਲਾਂਟ ਨੂੰ ਇਨਵੈਸਟ ਕਰੇ ਜਿਸ ਨਾਲ ਉਹਨੂੰ ਜ਼ਿਆਦਾ ਪ੍ਰੋਫਿਟ ਹੋਏਗਾ। ਸਪੋਜ਼ ਸ਼ਾਰਟ ਰਨ ਐਵਰੇਜ ਫਿਗਰ 15 ਦੇ ਵਿੱਚ ਸ਼ਾਰਟ ਰਨ ਐਵਰੇਜ ਕੋਸਟ ਕਰਵ ਬੋਥ ਪਲਾਂਟਸ ਦੀ ਗਿਵਨ ਆ। SAC ਫਸਟ ਪਲਾਂਟ ਦੀ ਸ਼ਾਰਟ ਰਨ ਐਵਰੇਜ ਕੋਸਟ ਐਂਡ SAC2 ਸੈਕਿੰਡ ਪਲਾਂਟਸ ਦੀ ਲਾਰਜੈਸਟ ਪਲਾਂਟਸ ਦੀ ਗਿਵਨ ਆ। ਕਹਿੰਦੇ ਇਫ ਫਰਮ ਪ੍ਰੋਡਿਊਸ OM ਯੂਨਿਟਸ ਆਫ ਆਊਟਪੁੱਟ, ਅਗਰ ਫਰਮ OM ਯੂਨਿਟਸ ਆਫ ਆਊਟਪੁੱਟ ਨੂੰ ਪ੍ਰੋਡਿਊਸ ਕਰਨਾ ਚਾਹੁੰਦੀ ਆ, ਅਗਰ ਉਹ OM ਯੂਨਿਟ ਆਫ ਆਊਟਪੁੱਟ ਸ਼ਾਰਟ ਰਨ ਐਵਰੇਜ ਕੋਸਟ ਕਰਵ 1 ਦੇ ਨਾਲ ਪ੍ਰੋਡਕਸ਼ਨ ਕਰਦੀ ਹੈ ਦੈਟ ਇਜ਼ B ਪੁਆਇੰਟ 'ਤੇ ਉਸਦੀ ਐਵਰੇਜ ਕੋਸਟ ਮਿਨੀਮਮ ਪੈਂਦੀ ਆ ਅਗਰ ਉਹ ਫਸਟ ਪਲਾਂਟ ਨਾਲ ਯੂਜ਼ ਕਰਦੀ ਆ। ਦੈਟ ਮੀਨਸ ਕਿ BM ਉਸਦੀ ਕੋਸਟ ਪੈਂਦੀ ਆ ਅਗਰ ਉਹ SAC1 ਪਲਾਂਟ ਦੇ ਨਾਲ ਉਸ OM ਯੂਨਿਟ ਦਾ ਪ੍ਰੋਡਕਸ਼ਨ ਕਰਦੀ ਆ। ਬਟ ਉਹ ਸੇਮ ਅਗਰ OM ਯੂਨਿਟ ਦਾ ਪ੍ਰੋਡਕਸ਼ਨ SA2 ਸੈਕਿੰਡ ਪਲਾਂਟ ਦੇ ਨਾਲ ਕਰਦੀ ਤਾਂ ਉਸ ਦੇ ਨਾਲ ਜਿਹੜੀ ਉਹਦੀ ਕੋਸਟ ਉਹ ਕੀ ਇਨਕਰੀਜ਼ ਕਰਕੇ ਹੋ ਜਾਏਗੀ AM। ਇਸ ਲਈ ਉਹ OM ਯੂਨਿਟ ਦਾ ਪ੍ਰੋਡਕਸ਼ਨ SAC ਦੈਟ ਇਜ਼ ਫਸਟ ਪਲਾਂਟ ਦੇ ਨਾਲ ਹੀ ਕਰੇਗੇ। बट अगर फर्म की लार्ज आउटपुट प्रोड्यूस करना चाहती है दैट इज़ ON यूनिट्स ऑफ आउटपुट तो वो की लोएस्ट एवरेज कॉस्ट किवें से अचीव कर सकती है जो सैकेंड प्लांट नू यूज़ करेगी फॉर प्रोडक्शन के लिए दैट इज़ C पॉइंट पे। इस नाल उसकी कॉस्ट की आएगी CN। बट अगर वो ON आउटपुट नू फस्ट प्लांट नाल यूज़ करेगी तो उसकी कॉस्ट की होएगी DN दैट इज़ इनक्रीज़ कर जाएगी। ਇਸ ਲਈ ਫਰਮ ਨੂੰ OM ਯੂਨਿਟਸ ਆਫ ਆਊਟਪੁੱਟ ਨੂੰ ਪ੍ਰੋਡਿਊਸ ਕਰਨ ਲਈ ਫਸਟ ਪਲਾਂਟ ਨੂੰ ਯੂਜ਼ ਕਰਨਾ ਚਾਹੀਦਾ ਐਂਡ ON ਯੂਨਿਟਸ ਆਫ ਆਊਟਪੁੱਟ ਨੂੰ ਪ੍ਰੋਡਿਊਸ ਕਰਨ ਦੇ ਲਈ ਸੈਕਿੰਡ ਪਲਾਂਟ ਨੂੰ ਯੂਜ਼ ਕਰਨਾ ਚਾਹੀਦਾ ਹੈ। ਨੈਕਸਟ ਇਜ਼ ਲੌਂਗ ਰਨ ਐਵਰੇਜ ਕੋਸਟ ਕਰਵ ਨੂੰ ਡਿਫਰੈਂਟ ਨੇਮਸ ਦੇ ਨਾਲ ਡਿਫਰੈਂਟਸ ਨੇਮਸ ਵੀ ਉਹਦੇ ਫਸਟ ਇਜ਼ ਐਨਵੈਲਪ ਕਰਵ ਐਂਡ ਸੈਕਿੰਡ ਇਜ਼ ਪਲੈਨਿੰਗ ਕਰਵ। envelope curve, it is known as envelope curve because it encloses all short run average cost curve क्योंकि ये सारियां short run average cost curve ਨੂੰ enclose ਕਰ ਲੈਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਐਵਰੇਜ ਜਿਹੜੀ ਲੌਂਗ ਰਨ ਐਵਰੇਜ ਕੋਸਟ ਕਰਵ ਆ ਉਹ ਕਦੀ ਵੀ ਸ਼ਾਰਟ ਰਨ ਐਵਰੇਜ ਕੋਸਟ ਕਰਵ ਤੋਂ ਜ਼ਿਆਦਾ ਨਹੀਂ ਹੋ ਸਕਦੀ। In the long run, indivisibility of factor can be used to their full capacity. So long run average cost curve will be surrounding the short run average cost curve क्योंकि long run ਦੇ ਵਿੱਚ ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ ਆ ਉਹਨਾਂ ਦੀ ਇੰਡੀਵਿਜ਼ਿਬਿਲਿਟੀ ਆ ਸਪੈਸ਼ਲਾਈਜੇਸ਼ਨ ਦੇ ਕਾਰਨ ਜਿਹੜੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਆ ਇਸ ਕਾਰਨ ਜਿਹੜੀ ਐਵਰੇਜ ਕੋਸਟ ਆ ਉਹ ਲੌਂਗ ਰਨ ਐਵਰੇਜ ਕੋਸਟ ਆ ਉਹ ਸ਼ਾਰਟ ਰਨ ਐਵਰੇਜ ਕੋਸਟ ਦੇ ਜਾਂ ਤਾਂ ਇਕੁਅਲ ਹੁੰਦੀ ਆ ਅਤੇ ਜਾਂ ਉਸ ਤੋਂ ਘੱਟ ਹੁੰਦੀ ਆ ਬਟ ਕਦੀ ਵੀ ਉਸ ਤੋਂ ਸਕਸੀਡਸ ਜ਼ਿਆਦਾ ਨਹੀਂ ਹੁੰਦੀ ਨਾ ਹੀ ਉਹ ਲੌਂਗ ਰਨ ਐਵਰੇਜ ਕੋਸਟ ਕਰਵ ਸ਼ਾਰਟ ਰਨ ਐਵਰੇਜ ਕੋਸਟ ਕਰਵ ਨੂੰ ਕੱਟ ਕਰਕੇ ਲੰਘਦੀ ਆ। ਨੈਕਸਟ ਇਜ਼ ਪਲੈਨਿੰਗ ਕਰਵ। ਲੌਂਗ ਰਨ ਐਵਰੇਜ ਕੋਸਟ ਕਰਵ ਨੂੰ ਪਲੈਨਿੰਗ ਕਰਵ ਵੀ ਕਿਹਾ ਜਾਂਦਾ ਆ। ਲੌਂਗ ਰਨ ਐਵਰੇਜ ਕੋਸਟ ਦੀ ਹੈਲਪ ਦੇ ਨਾਲ ਇੱਕ ਫਰਮ ਇਹ ਡਿਸਾਈਡ ਕਰਦੀ ਹੈ ਕਿ ਕਿਸ ਪਲਾਂਟ ਦੀ ਮਦਦ ਨਾਲ ਕਿਸ ਤਰ੍ਹਾਂ ਦਾ ਪ੍ਰੋਡਕਸ਼ਨ ਡਿਫਰੈਂਟ ਕੁਆਂਟੀਟੀਜ਼ ਆਫ ਆਊਟਪੁੱਟ ਦਾ ਪ੍ਰੋਡਕਸ਼ਨ ਕਿਸ ਤਰ੍ਹਾਂ ਕਰਨੀ ਕਿੰਨੀ ਕੁਆਂਟੀਟੀ ਦਾ ਪ੍ਰੋਡਕਸ਼ਨ ਕਿਸ ਪਲਾਂਟ ਦੀ ਹੈਲਪ ਦੇ ਨਾਲ ਕਰਨਾ ਆ ਤਾਂ ਜੋ ਪ੍ਰੋਡਕਸ਼ਨ ਜਿਹੜਾ ਓਬਟੇਨ ਹੋਵੇ ਉਹ ਮਿਨੀਮਮ ਕੋਸਟ 'ਤੇ ਹੋਵੇ। ਨੈਕਸਟ ਇਜ਼ ਵਾਈ ਇਜ਼ ਲੌਂਗ ਰਨ ਐਵਰੇਜ ਕੋਸਟ ਕਰਵ ਯੂ ਸ਼ੇਪਡ। ਲੌਂਗ ਰਨ ਐਵਰੇਜ ਕੋਸਟ ਕਰਵ ਜਿਹੜੀ ਆ ਉਹ ਇੰਗਲਿਸ਼ ਦੇ ਲੈਟਰ U ਵਰਗੀ ਹੁੰਦੀ ਆ। ਇਨੀਸ਼ੀਅਲੀ ਜਦੋਂ ਪ੍ਰੋਡਕਸ਼ਨ ਜ਼ਿਆਦਾ ਕੀਤਾ ਜਾਂਦਾ ਹੈ ਇਨਕਰੀਜ਼ ਕੀਤਾ ਜਾਂਦਾ ਆ ਜਿਹੜੀ ਲੌਂਗ ਰਨ ਐਵਰੇਜ ਕੋਸਟ ਕਰਵ ਆ ਉਹ ਫੋਲ ਕਰਨਾ ਸਟਾਰਟ ਕਰਦੀ ਆ ਆਫਟਰ ਸਮ ਟਾਈਮ ਇਹ ਕੌਨਸਟੈਂਟ ਹੋ ਜਾਂਦੀ ਆ। ਆਫਟਰ ਗਿਵਨ ਅਮਾਊਂਟ ਆਫ ਆਊਟਪੁੱਟ ਤੋਂ ਬਾਅਦ ਜਿਹੜੀ ਲੌਂਗ ਰਨ ਐਵਰੇਜ ਕੋਸਟ ਕਰਵ ਆ ਉਹ ਕੀ ਆ ਇਨਕਰੀਜ਼ ਕਰਨਾ ਸਟਾਰਟ ਕਰ ਜਾਂਦੀ ਆ।
ਲੌਂਗ ਰਨ ਐਵਰੇਜ ਕੋਸਟ ਕਰਵ ਯੂ ਸ਼ੇਪਡ ਇਸ ਲਈ ਹੁੰਦੀ ਆ ਬਿਕੋਜ਼ ਆਫ ਇਨਕਰੀਜ਼ਿੰਗ ਰਿਟਰਨ ਟੂ ਸਕੇਲ, ਕਿਉਂਕਿ ਪਹਿਲਾਂ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਐਪਲੀਕੇਬਲ ਹੁੰਦਾ, ਜਿਸ ਕਾਰਨ ਡਿਕਰੀਜ਼ ਕਰਦੀ ਆ ਲੌਂਗ ਰਨ ਐਵਰੇਜ ਕੋਸਟ ਕਰਵ। ਬਾਅਦ ਵਿੱਚ ਕੌਂਸਟੈਂਟ ਰਿਟਰਨ ਟੂ ਸਕੇਲ ਹੁੰਦਾ, ਜਿਸ ਕਾਰਨ ਇਹ ਕੌਂਸਟੈਂਟ ਹੋ ਜਾਂਦੀ ਆ, ਅਤੇ ਬਾਅਦ ਵਿੱਚ ਡਿਮਿਨਿਸ਼ਿੰਗ ਰਿਟਰਨ ਟੂ ਸਕੇਲ ਐਪਲੀਕੇਬਲ ਹੋ ਜਾਂਦਾ, ਜਿਸ ਕਾਰਨ ਲੌਂਗ ਰਨ ਐਵਰੇਜ ਕੋਸਟ ਕਰਵ ਕੀ ਹੁੰਦੀ ਆ, ਅਪਵਰਡ ਸ਼ਿਫਟ ਇਨਕਰੀਜ਼ ਕਰਨ ਲੱਗ ਜਾਂਦੀ ਆ। long run average cost curve is because of economies and diseconomies of scale of production। ਇਹਨਾਂ ਕਾਰਨ ਵੀ ਇਹ ਜਿਹੜੀ ਕੀ ਹੁੰਦੀ ਆ, ਯੂ ਸ਼ੇਪਡ ਹੁੰਦੀ ਆ। ਫਸਟ ਇਜ਼ economies of scale। economies of scale ਦੇ ਕਾਰਨ ਜਿਹੜੀ ਲੌਂਗ ਰਨ ਐਵਰੇਜ ਕੋਸਟ ਕਰਵ ਆ ਉਹ ਫਾਲ ਕਰਨਾ ਸਟਾਰਟ ਕਰ ਜਾਂਦੀ ਆ। ਫਸਟ ਇਜ਼ ਡਿਵੀਜ਼ਨ ਐਂਡ ਸਪੈਸ਼ਲਾਈਜੇਸ਼ਨ ਆਫ ਲੇਬਰ। ਜਦੋਂ ਕਿਸੇ ਕੋਈ ਕੰਮ ਲਾਰਜ ਸਕੇਲ 'ਤੇ ਪ੍ਰੋਡਕਸ਼ਨ ਕੀਤਾ ਜਾਂਦਾ ਹੈ ਤਾਂ ਉਦੋਂ ਅਸੀਂ ਵਰਕਸ ਨੂੰ ਡਿਵਾਈਡ ਕਰ ਸਕਦੇ ਹਾਂ ਡਿਫਰੈਂਟ ਪ੍ਰੋਸੈਸਿਸ ਦੇ ਵਿੱਚ, ਸਬ ਪ੍ਰੋਸੈਸਿਸ ਦੇ ਵਿੱਚ। ਉਸ ਕਾਰਨ ਜਿਹੜਾ ਲੇਬਰ ਆ ਉਹ ਸਪੈਸ਼ਲਾਈਜੇਸ਼ਨ ਹੋ ਜਾਂਦੇ ਆ ਹਰ ਇੱਕ ਡਿਫਰੈਂਟ ਫਾਰਮਸ ਦੇ ਕੰਮ ਦੇ ਵਿੱਚ। ਇਸ ਕਾਰਨ ਜਿਹੜੀ ਪ੍ਰੋਡਕਟੀਵਿਟੀ ਆ ਉਹ ਜ਼ਿਆਦਾ ਹੁੰਦੀ ਆ, ਟਾਈਮ ਦੀ ਸੇਵਿੰਗ ਹੁੰਦੀ ਆ, ਕੈਪੀਟਲ ਦੀ ਵੀ ਸੇਵਿੰਗ ਹੁੰਦੀ ਆ। ਇਸ ਨਾਲ ਕੀ ਹੁੰਦੀ ਹੈ, ਲੇਬਰ ਦੀ ਐਫੀਸ਼ੀਐਂਸੀ ਵੀ ਇਨਕਰੀਜ਼ ਕਰ ਜਾਂਦੀ ਹੈ, ਜਿਸ ਕਾਰਨ ਜਿਹੜੇ ਪ੍ਰੋਡਕਸ਼ਨ ਜ਼ਿਆਦਾ ਹੋਣ ਕਾਰਨ ਐਵਰੇਜ ਕੋਸਟ ਪਹਿਲਾਂ ਡਿਕਰੀਜ਼ ਕਰਨਾ ਸਟਾਰਟ ਕਰਦੀ ਆ। ਨੈਕਸਟ ਇਜ਼ ਟੈਕਨੀਕਲ ਇਕੋਨਮੀਜ਼। ਜਦੋਂ ਅਸੀਂ ਨਿਊ ਟੈਕਨੀਕਸ, ਆਟੋਮੈਟਿਕ ਮਸ਼ੀਨਸ ਨੂੰ ਯੂਜ਼ ਕਰਦੇ ਹਾਂ, ਉਸ ਦੇ ਨਾਲ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਆ ਉਹ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦੀ। ਜਦੋਂ ਅਸੀਂ ਇੰਪਰੂਵਡ ਟੈਕਨੀਕਸ ਨੂੰ ਯੂਜ਼ ਕਰਦੇ ਹਾਂ, ਉਸ ਨਾਲ ਜਿਹੜੀ ਪਰ ਯੂਨਿਟ ਕੋਸਟ ਆ ਉਹ ਹੌਲੀ ਹੌਲੀ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦੀ ਆ। ਨੈਕਸਟ ਇਜ਼ ਇਕੋਨਮੀਜ਼ ਆਫ ਇੰਡੀਵਿਜ਼ੀਬਿਲਿਟੀ। ਜਦੋਂ ਲਾਰਜ ਸਕੇਲ 'ਤੇ ਪ੍ਰੋਡਕਸ਼ਨ ਕੀਤਾ ਜਾਂਦਾ ਆ ਅਤੇ ਉਸ ਦੇ ਨਾਲ ਕੀ ਹੁੰਦਾ ਹੈ ਕਿ ਲੇਬਰਸ ਦਾ ਡਿਵੀਜ਼ਨ ਕਰਨਾ ਈਜ਼ੀ ਹੁੰਦਾ ਉਹਨਾਂ ਦੇ ਕੰਮ ਦੇ ਅਕੋਰਡਿੰਗ, ਸਪੈਸ਼ਲਾਈਜੇਸ਼ਨ ਦੇ ਅਕੋਰਡਿੰਗ। ਉਸ ਕਾਰਨ ਜਿਹੜੀ ਸੇਵਿੰਗਸ ਹੁੰਦੀ ਆ ਪ੍ਰੋਫਿਟ, ਉਸ ਕਾਰਨ ਜਿਹੜੀ ਸੇਵਿੰਗਸ ਹੁੰਦੀ ਹੈ ਐਫੀਸ਼ੀਐਂਸੀ ਦੇ ਲੇਬਰਸ ਦੇ ਇਨਕਰੀਜ਼ ਹੋਣ ਦੇ ਨਾਲ ਪ੍ਰੋਡਕਸ਼ਨ ਇਨਕਰੀਜ਼ ਹੁੰਦਾ ਆ। ਉਸ ਦੇ ਕਾਰਨ ਵੀ ਜਿਹੜੀ ਐਵਰੇਜ ਕੋਸਟ ਕਰਵ ਪਹਿਲਾਂ ਡਿਕਰੀਜ਼ ਕਰਦੀ ਆ। ਨੈਕਸਟ ਇਜ਼ ਡਿਸਇਕੋਨਮੀਜ਼ ਆਫ ਸਕੇਲ। ਡਿਸਇਕੋਨਮੀਜ਼ ਆਫ ਸਕੇਲ ਦੇ ਕਾਰਨ ਜਿਹੜੀ ਲੌਂਗ ਰਨ ਐਵਰੇਜ ਕੋਸਟ ਕਰਵ ਆ ਉਹ ਇਨਕਰੀਜ਼ ਕਰਨਾ ਸ਼ੁਰੂ ਕਰ ਜਾਂਦੀ ਹੈ, ਦੈਟ ਇਜ਼ ਮੂਵ ਕਰਨ ਲੱਗ ਜਾਂਦੀ ਉੱਪਰ ਨੂੰ। ਉਹਦਾ ਰੀਜ਼ਨ ਕੀ ਆ ਕਿ ਜਦੋਂ ਵੀ ਲਾਰਜ ਸਕੇਲ 'ਤੇ ਪ੍ਰੋਡਕਸ਼ਨ ਕੀਤਾ ਜਾਂਦਾ ਉਸ ਟਾਈਮ ਜਿਹੜੇ ਪੇਪਰ ਵਰਕ ਹੋ ਗਿਆ, ਟਰੈਵਲਿੰਗ ਐਕਸਪੈਂਸਿਸ, ਟੈਲੀਫੋਨ ਬਿਲਸ, ਸੱਚ ਲਾਈਕ ਇਸ ਤਰ੍ਹਾਂ ਦੇ ਐਕਸਪੈਂਡੀਚਰ ਬਹੁਤ ਜ਼ਿਆਦਾ ਇਨਕਰੀਜ਼ ਕਰ ਜਾਂਦੇ ਆ। ਸਮਟਾਈਮਸ ਜਿਹੜੇ ਪਲਾਨਸ ਆਫ ਡਿਫਰੈਂਟ ਡਿਸੀਜ਼ਨ ਮੇਕਿੰਗ ਏਜੰਸੀਜ਼ ਹੁੰਦੇ ਉਹਨਾਂ ਵਿੱਚ ਕੋਆਰਡੀਨੇਸ਼ਨ ਦੀ ਕਮੀ ਹੋ ਜਾਂਦੀ ਆ। ਇਸ ਕਾਰਨ ਜਿਹੜੀ ਪ੍ਰੋਡਕਟੀਵਿਟੀ ਆ ਉਹ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦੀ ਹੈ, ਜਿਸ ਕਾਰਨ ਜਿਹੜੀ ਐਵਰੇਜ ਕੋਸਟ ਆ ਉਹ ਰਾਈਜ਼ ਕਰਨਾ ਸਟਾਰਟ ਕਰ ਜਾਂਦੀ ਆ। ਨੈਕਸਟ ਇਜ਼ ਰਿਲੇਸ਼ਨਸ਼ਿਪ ਬਿਟਵੀਨ ਲੌਂਗ ਰਨ ਐਵਰੇਜ ਕੋਸਟ ਐਂਡ ਸ਼ਾਰਟ ਰਨ ਐਵਰੇਜ ਕੋਸਟ ਕਰਵ। ਸ਼ਾਰਟ ਰਨ ਐਵਰੇਜ ਕੋਸਟ ਕਰਵ ਰਿਪਰੈਜ਼ੈਂਟ ਦੀ ਐਵਰੇਜ ਕੋਸਟ ਵਿਦ ਰੈਫਰੈਂਸ ਟੂ ਸਿੰਗਲ ਪਲਾਂਟ। ਇਹ ਸਿੰਗਲ ਪਲਾਂਟ ਦੀ ਐਵਰੇਜ ਕੋਸਟ ਨੂੰ ਸ਼ੋ ਕਰਦੀ ਆ। ਔਨ ਦਾ ਅਦਰ ਹੈਂਡ ਲੌਂਗ ਰਨ ਐਵਰੇਜ ਕੋਸਟ ਕਰਵ ਰਿਪਰੈਜ਼ੈਂਟ ਦੀ ਐਵਰੇਜ ਕੋਸਟ ਵਿਦ ਰੈਫਰੈਂਸ ਸੈਵਰਲ ਪਲਾਂਟਸ। Long run curves like short run average cost curve is also U shaped। ਦੋਨੋਂ ਜਿਹੜੀਆਂ ਕਰਵਸ ਹੁੰਦੀਆਂ U shaped ਹੁੰਦੀਆਂ, short run average cost curve and long run average cost curve। ਬਟ ਜਿਹੜੀ long run average cost curve ਆ ਉਹ ਥੋੜ੍ਹੀ ਜਿਹੜੀ ਕੀ ਹੁੰਦੀ ਆ, ਫਲੈਟਰ ਹੁੰਦੀ ਹੈ ਐਜ਼ ਕੰਪੇਅਰ ਟੂ short run average cost ਦੀ। Next is long run marginal cost curve। Change in the total cost in the long run due to production of one more or less unit of commodity is called long run marginal cost। ਜਦੋਂ ਪ੍ਰੋਡਕਸ਼ਨ ਵਿੱਚ ਇੱਕ ਐਕਸਟਰਾ ਯੂਨਿਟ ਪ੍ਰੋਡਿਊਸ ਕਰਨ ਦੇ ਨਾਲ ਟੋਟਲ ਕੋਸਟ ਵਿੱਚ ਜਿਹੜਾ ਚੇਂਜ ਆਉਂਦਾ ਆ ਉਸ ਨੂੰ ਕਹਿੰਦੇ ਆ ਲੌਂਗ ਰਨ ਮਾਰਜਨਲ ਕੋਸਟ। ਲੌਂਗ ਰਨ ਮਾਰਜਨਲ ਕੋਸਟ ਕਰਵ ਵੀ ਯੂ ਸ਼ੇਪਡ ਹੁੰਦੀ ਹੈ। ਪਹਿਲਾਂ ਇਹ ਫਾਲ ਕਰਦੀ ਆ, ਇੱਕ ਮਿਨੀਮਮ ਪੁਆਇੰਟ ਪਹੁੰਚਣ ਤੋਂ ਬਾਅਦ ਇਹ ਬਾਅਦ ਵਿੱਚ ਰਾਈਜ਼ ਕਰਨਾ ਸਟਾਰਟ ਕਰ ਜਾਂਦੀ ਆ। Next is modern theory of cost। Modern theory of cost has been proposed by economists Stegler and Rio Friedmans। According to traditional theories ਜਿਹੜੀ ਕੋਸਟ ਕਰਵ ਆ ਲੌਂਗ ਰਨ ਕੋਸਟ ਕਰਵਸ ਹੁੰਦੀਆਂ ਉਹ ਯੂ ਸ਼ੇਪਡ ਹੁੰਦੀਆਂ, ਬਟ ਅਕੋਰਡਿੰਗ ਟੂ ਮੋਡਰਨ ਥਿਊਰੀ ਇਨ ਰੀਅਲ ਲਾਈਫ ਜਿਹੜੀ ਲੌਂਗ ਰਨ ਕੋਸਟ ਕਰਵ ਆ ਯੂ ਸ਼ੇਪਡ ਨਹੀਂ ਹੁੰਦੀਆਂ, ਉਹ ਐਲ ਸ਼ੇਪਡ ਹੁੰਦੀਆਂ। The L-shaped cost curve implies that the production cost falls continuously with increase in output। L-shaped ਦੇ ਅਕੋਰਡਿੰਗ ਕਿ ਜਦੋਂ ਪ੍ਰੋਡਕਸ਼ਨ ਕੰਟੀਨਿਊਸਲੀ ਜਦੋਂ ਇਨਕਰੀਜ਼ ਕਰਦੇ ਜਾਂਦੇ ਆ ਅਤੇ ਜਿਹੜੀ ਕੋਸਟ ਆ ਉਹ ਕੰਟੀਨਿਊਸਲੀ ਡਿਕਰੀਜ਼ ਕਰਦੀ ਜਾਂਦੀ ਆ। ਅਕੋਰਡਿੰਗ ਟੂ ਮੋਡਰਨ ਥਿਊਰੀ ਲੌਂਗ ਰਨ ਕੋਸਟ ਆਰ ਮੇਨਲੀ ਆਫ ਟੂ ਟਾਈਪਸ, ਪ੍ਰੋਡਕਸ਼ਨ ਕੋਸਟ ਐਂਡ ਮੈਨੇਜੀਰੀਅਲ ਕੋਸਟ। ਦੈਟ ਮੀਨਸ ਕਿ ਦੋ ਤਰ੍ਹਾਂ ਦੀ ਕੋਸਟ ਲੱਗਦੀ ਹੈ, ਪ੍ਰੋਡਕਸ਼ਨ ਕਰਨ 'ਤੇ ਪ੍ਰੋਡਕਸ਼ਨ ਦੀ ਕੋਸਟ, ਇੱਕ ਉਸ ਪ੍ਰੋਡਕਸ਼ਨ ਦੀ ਮੈਨੇਜਮੈਂਟ ਨੂੰ ਜੋ ਮੈਨੇਜ ਕਰਨ ਦੇ ਲਈ ਉਹ ਕੀ ਆ, ਮੈਨੇਜੀਰੀਅਲ ਕੋਸਟ ਲੱਗਦੀ ਆ। ਔਨ ਅਕਾਊਂਟ ਆਫ ਇਨਕਰੀਜ਼ ਇਨ ਪ੍ਰੋਡਕਸ਼ਨ
ਪ੍ਰੋਡਕਸ਼ਨ ਕੋਸਟ ਗੋਜ਼ ਔਨ ਫੋਲਿੰਗ, ਕਿ ਜਦੋਂ ਪ੍ਰੋਡਕਸ਼ਨ ਇਨਕਰੀਜ਼ ਕਰਦਾ ਜਾਂਦਾ ਆ ਅਤੇ ਜਿਹੜੀ ਪ੍ਰੋਡਕਸ਼ਨ ਕੋਸਟ ਆ, ਜਦੋਂ ਅਸੀਂ ਪ੍ਰੋਡਕਸ਼ਨ ਕਰਦੇ ਇੱਕ ਫਰਮ ਦੇ ਵਿੱਚ, ਜਦੋਂ ਪ੍ਰੋਡਕਸ਼ਨ ਬਹੁਤ ਜ਼ਿਆਦਾ ਇਨਕਰੀਜ਼ ਕਰਨ ਲੱਗਦਾ ਅਤੇ ਜਿਹੜੀ ਪ੍ਰੋਡਕਸ਼ਨ ਕੋਸਟ ਆ ਉਹ ਹੌਲੀ ਹੌਲੀ ਫੋਲ ਕਰਨਾ ਸਟਾਰਟ ਕਰ ਜਾਂਦੀ ਕੰਟੀਨਿਊਸਲੀ ਡਿਊ ਟੂ ਟੈਕਨੀਕਲ ਇਕੋਨਮੀਜ਼ ਆਫ ਸਕੇਲ, ਕਿ ਜਦੋਂ ਨਿਊ ਟੈਕਨੀਕਸ ਨੂੰ ਅਡੋਪਟ ਕੀਤਾ ਜਾਂਦਾ, ਪ੍ਰੋਡਕਸ਼ਨ ਜ਼ਿਆਦਾ ਹੋਣ ਲੱਗਦਾ, ਉਸ ਨਾਲ ਜਿਹੜੀ ਪ੍ਰੋਡਕਸ਼ਨ ਕੋਸਟ ਆ ਹੌਲੀ ਹੌਲੀ ਡਿਕਰੀਜ਼ ਕਰਦੀ ਜਾਂਦੀ ਆ। On the contrary, as the scale of production is enlarged, managerial cost may rise, ਕਿ ਜਦੋਂ ਸਕੇਲ ਆਫ ਪ੍ਰੋਡਕਸ਼ਨ ਇਨਕਰੀਜ਼ ਹੁੰਦਾ ਆ ਉਸ ਨਾਲ ਜਿਹੜੀ ਮੈਨੇਜੀਰੀਅਲ ਕੋਸਟ ਆ ਬਟ ਉਹ ਕਹਿੰਦੇ ਹੌਲੀ ਹੌਲੀ ਰਾਈਜ਼ ਕਰਨਾ ਸਟਾਰਟ ਕਰ ਜਾਂਦੀ ਆ। ਬਟ ਕਹਿੰਦੇ ਜਿਹੜੀ ਫੋਲ ਇਨ ਪ੍ਰੋਡਕਸ਼ਨ ਕੋਸਟ ਇਜ਼ ਮੋਰ ਦੈਨ ਰਾਈਜ਼ ਇਨ ਮੈਨੇਜੀਰੀਅਲ ਕੋਸਟ, ਕਿ ਪ੍ਰੋਡਕਸ਼ਨ ਕੋਸਟ ਵਿੱਚ ਜਿੰਨਾ ਫੋਲ ਹੋਇਆ ਉਹ ਕੀ ਮੈਨੇਜੀਰੀਅਲ ਕੋਸਟ ਵਿੱਚ ਜਿੰਨਾ ਰਾਈਜ਼ ਹੁੰਦਾ ਉਸ ਤੋਂ ਕੰਪੈਰੇਟਿਵਲੀ ਬਹੁਤ ਜ਼ਿਆਦਾ ਹੁੰਦੀ ਆ। ਇਸ ਲਈ ਆਲਮੋਸਟ ਓਵਰਆਲ ਇਫੈਕਟ ਕੀ ਪੈਂਦੀ ਆ ਕਿ ਜਿਹੜੀ ਓਵਰਆਲ ਕੋਸਟ ਆ ਜਿਹੜੀ ਉਹ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦੀ ਜਦੋਂ ਪ੍ਰੋਡਕਸ਼ਨ ਇਨਕਰੀਜ਼ ਕਰਦਾ। Figure 20 show that long run average cost curve has two main characteristics. First is कि long run average cost curve U shaped नहीं ਹੁੰਦੀ and long run cost curve envelop नहीं करती short run average cost curve ਨੂੰ। Instead of enclosing it intersect short run average cost curve ਨੂੰ ਇਹ intersect ਕਰਦੀ ਆ। ਅਕੋਰਡਿੰਗ ਟੂ ਮਾਡਰਨ ਥਿਊਰੀ ਜਿਹੜੀ ਲੌਂਗ ਰਨ ਐਵਰੇਜ ਕੋਸਟ ਕਰਵ ਆ ਉਹ ਜਾਂ ਤਾਂ ਐਲ ਸ਼ੇਪਡ ਹੁੰਦੀ ਆ ਜਾਂ ਫਿਰ ਇਨਵਰਟਡ ਜੇ ਸ਼ੇਪਡ ਹੁੰਦੀ ਆ। ਐਲ ਸ਼ੇਪਡ ਜਿਹੜੀ ਲੌਂਗ ਰਨ ਐਵਰੇਜ ਕੋਸਟ ਕਰਵ ਨੂੰ ਆ ਫਿਗਰ 21 ਦੇ ਵਿੱਚ ਸ਼ੋ ਕੀਤਾ ਗਿਆ ਆ। ਅਕੋਰਡਿੰਗ ਟੂ ਦਿਸ ਫਿਗਰ ਕਿ ਜਦੋਂ ਲੌਂਗ ਰਨ ਐਵਰੇਜ ਕੋਸਟ ਕਰਵ ਐਲ ਸ਼ੇਪਡ ਇਸ ਲਈ ਹੁੰਦੀ ਆ ਕਿ ਜਦੋਂ ਆਪਟੀਮਮ ਲੈਵਲ ਆਫ ਆਊਟਪੁੱਟ ਪ੍ਰੋਡਕਸ਼ਨ ਕੀਤਾ ਜਾਂਦਾ ਹੈ ਅਤੇ ਉਸ ਕਾਰਨ ਫਰਮ ਨੂੰ ਇਕੋਨਮੀਜ਼ ਆਫ ਸਕੇਲ ਮਿਲਦੇ ਆ, ਲਾਈਕ ਨਿਊ ਟੈਕਨੀਕਸ ਨੂੰ ਯੂਜ਼ ਜਦੋਂ ਕੀਤਾ ਜਾਂਦਾ ਪ੍ਰੋਡਕਸ਼ਨ ਜ਼ਿਆਦਾ ਹੁੰਦਾ ਅਤੇ ਉਸ ਨਾਲ ਜਿਹੜੀ ਐਵਰੇਜ ਕੋਸਟ ਆ ਉਹ ਡਿਕਰੀਜ਼ ਕਰ ਜਾਂਦੀ ਆ। ਆਫਟਰ ਮਿਨੀਮਮ ਆਪਟੀਮਮ ਲੈਵਲ ਆਫ ਆਊਟਪੁੱਟ ਕੋਸਟ ਜਿਹੜੀ ਕੀ ਹੋ ਜਾਂਦੀ ਉਹ ਕੌਂਸਟੈਂਟ ਹੋ ਜਾਂਦੀ ਆ। ਜਦੋਂ ਇੱਕ ਫਰਮ ਆਪਟੀਮਮ ਲੈਵਲ ਆਫ ਆਊਟਪੁੱਟ ਦਾ ਪ੍ਰੋਡਕਸ਼ਨ ਕਰ ਲੈਂਦੀ ਆ ਦੈਨ ਉਸ ਟਾਈਮ ਜਿਹੜੀ ਕੋਸਟ ਕੀ ਆ ਕੌਂਸਟੈਂਟ ਹੋ ਜਾਂਦੀ ਆ। ਨੈਕਸਟ ਇਜ਼ ਇਨਵਰਟਡ ਜੇ ਸ਼ੇਪਡ ਲੌਂਗ ਰਨ ਐਵਰੇਜ ਕੋਸਟ ਕਰਵ। 21 ਫਿਗਰ ਦੇ ਵਿੱਚ ਇਨਵਰਟਡ ਜੇ ਸ਼ੇਪਡ ਲੌਂਗ ਰਨ ਕੋਸਟ ਕਰਵ ਨੂੰ ਸ਼ੋ ਕੀਤਾ ਗਿਆ ਆ। The reason of is being inverted J shaped is that increase in output is followed by decrease in cost of production, ਕਿ ਜਦੋਂ ਆਊਟਪੁੱਟ ਵਿੱਚ ਇਨਕਰੀਜ਼ ਕੀਤਾ ਜਾਂਦਾ ਆ ਉਸ ਦੇ ਨਾਲ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਕੀ ਆ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦੀ ਆ। ਇਨ ਸ਼ਾਰਟ ਅਕੋਰਡਿੰਗ ਟੂ ਮਾਡਰਨ ਥਿਊਰੀ ਆਫ ਕੋਸਟ ਕਰਵ ਕਿ ਜਿਹੜੀ ਲੌਂਗ ਰਨ ਐਵਰੇਜ ਕੋਸਟ ਕਰਵ ਹੁੰਦੀ ਆ ਮੋਸਟਲੀ ਐਲ ਸ਼ੇਪਡ ਹੁੰਦੀਆਂ ਬਟ ਅਕੋਰਡਿੰਗ ਟੂ ਟ੍ਰਡੀਸ਼ਨਲ ਥਿਊਰੀ ਕਿ ਜਿਹੜੀ ਲੌਂਗ ਰਨ ਐਵਰੇਜ ਕੋਸਟ ਕਰਵ ਹੁੰਦੀ ਆ ਉਹ ਯੂ ਸ਼ੇਪਡ ਹੁੰਦੀ ਆ। ਕੰਪੇਅਰ ਟੂ ਟ੍ਰਡੀਸ਼ਨਲ ਥਿਊਰੀ ਮਾਡਰਨ ਥਿਊਰੀ ਇਜ਼ ਮੋਰ ਰੀਅਲਿਸਟਿਕ। ਨੈਕਸਟ ਇਜ਼ ਇੰਪੋਰਟੈਂਸ ਆਫ ਕੋਸਟ ਕਰਵ। ਫਸਟ ਇਜ਼ ਡਿਸੀਜ਼ਨ ਰਿਗਾਰਡਿੰਗ ਪ੍ਰੋਡਕਸ਼ਨ। ਡਿਪਰੈਸ਼ਨ ਦੇ ਟਾਈਮ ਦੇ ਵਿੱਚ ਇੱਕ ਫਰਮ ਨੂੰ ਡਿਸਾਈਡ ਕਰਨਾ ਪੈਂਦਾ ਕਿ ਉਹ ਆਪਣਾ ਪ੍ਰੋਡਕਸ਼ਨ ਨੂੰ ਕੰਟੀਨਿਊਸ ਕਰੇ ਕਿ ਜਾਂ ਫਿਰ ਡਿਸਕੰਟੀਨਿਊ ਜਾਂ ਫਿਰ ਪ੍ਰੋਡਕਸ਼ਨ ਕਰਨਾ ਬੰਦ ਕਰ ਦੇਵੇ। ਅਗਰ ਫਰਮ ਨੂੰ ਜਿਹੜੀ ਆਪਣੇ ਪ੍ਰੋਡਕਟ ਦੀ ਜਿਹੜੀ ਪ੍ਰਾਈਸ ਮਿਲ ਰਹੀ ਆ ਅਗਰ ਫਰਮ ਉਸ ਦੇ ਨਾਲ ਆਪਣੇ ਐਵਰੇਜ ਵੇਰੀਏਬਲ ਕੋਸਟ ਨੂੰ ਰਿਕਵਰ ਕਰ ਲੈਂਦੀ ਆ ਦੈਨ ਉਹ ਕੀ ਆ ਪ੍ਰੋਡਕਸ਼ਨ ਕਰਦੀ ਰਹੇਗੀ ਤਾਂ ਜਿਹੜਾ ਫਿਕਸਡ ਕੋਸਟ ਦਾ ਜਿਹੜਾ ਲੋਸ ਆਫ ਸੇਲ ਹੈਗੀ ਅਤੇ ਪ੍ਰੋਡਕਸ਼ਨ ਕਰਦੀ ਰਹੇਗੀ। ਜਦੋਂ ਉਸਦੀ ਜਿਹਨੂੰ ਆਪਣੇ ਗੁੱਡਸ ਦੀ ਜਦੋਂ ਉਸਦੀ ਪ੍ਰਾਈਸ ਵੇਰੀਏਬਲ ਕੋਸਟ ਤੋਂ ਵੀ ਘੱਟ ਜਾਏਗੀ ਦੈਨ ਉਹ ਪ੍ਰੋਡਕਸ਼ਨ ਕੀ ਕਰ ਦੇਗੀ ਪ੍ਰੋਡਕਸ਼ਨ ਕਰਨਾ ਬੰਦ ਕਰ ਦੇਗੀ। ਨੈਕਸਟ ਇਜ਼ ਚੋਇਸ ਆਫ ਪਲਾਂਟਸ। In the long run, a firm exercises its choice with regard to size of plant and scale of production on the basis of long run average cost curve. ਇੱਕ ਫਰਮ ਲੌਂਗ ਰਨ ਐਵਰੇਜ ਕੋਸਟ ਕਰਵ ਦੇ ਬੇਸਿਸ 'ਤੇ ਇਹ ਚੋਇਸ ਕਰਦੀ ਹੈ ਕਿ ਉਹ ਆਪਣਾ ਕਿੰਨੀ ਆਊਟਪੁੱਟ ਕਿਸ ਪਲਾਂਟ ਦੀ ਹੈਲਪ ਦੇ ਨਾਲ ਪ੍ਰੋਡਕਸ਼ਨ ਕਰਨਾ। ਨੈਕਸਟ ਇਜ਼ ਕੋਸਟ ਕਰਵਸ ਦੀ ਹੈਲਪ ਦੇ ਨਾਲ ਇੱਕ ਫਰਮ ਇਹ ਡਿਸਾਈਡ ਕਰਦੀ ਕਿ ਉਸਨੇ ਆਪਣਾ ਆਊਟਪੁੱਟ ਕਿੰਨਾ ਕਰਨਾ ਆ। ਇਹ ਫਰਮ ਵਿਲ ਪ੍ਰੋਡਿਊਸ ਅਪ ਟੂ ਦੀ ਐਕਸਟੈਂਟ ਵੇਅਰ ਮਾਰਜਨਲ ਕੋਸਟ ਐਂਡ ਮਾਰਜਨਲ ਰੈਵਨਿਊ ਐਂਡ ਮਾਰਜਨਲ ਕੋਸਟ ਆਰ ਇਕੁਅਲ ਐਂਡ ਮਾਰਜਨਲ ਕੋਸਟ ਕਰਵ ਕੱਟ ਮਾਰਜਨਲ ਰੈਵਨਿਊ ਕਰਵ ਫਰੋਮ ਬਿਲੋ। ਇੱਕ ਫਰਮ ਉਸ ਹੱਦ ਤੱਕ ਆਪਣਾ ਪ੍ਰੋਡਕਸ਼ਨ ਕਰਦੀ ਆ ਜਦੋਂ ਮਾਰਜਨਲ ਰੈਵਨਿਊ ਮਾਰਜਨਲ ਕੋਸਟ ਦੇ ਇਕੁਅਲ ਹੁੰਦੀ ਆ ਐਂਡ ਮਾਰਜਨਲ ਰੈਵਨਿਊ ਕਰਵ ਮਾਰਜਨਲ ਕੋਸਟ ਕਰਵ ਨੂੰ ਨੀਚੇ ਤੋਂ ਉੱਪਰ ਨੂੰ ਹੁੰਦੀ ਜਾਂਦੀ ਹੋਈ ਕੱਟ ਕਰਕੇ ਨਿਕਲਦੀ ਆ। ਉਸ ਐਕਸਟੈਂਟ ਤੱਕ ਕਿ ਇੱਕ ਫਰਮ ਕੀ ਕਰਦੀ ਆ ਪ੍ਰੋਡਕਸ਼ਨ ਕਰਦੀ ਆ। ਨੈਕਸਟ ਇਜ਼ ਐਸਟੀਮੇਟ ਆਫ ਪ੍ਰੋਫਿਟ ਐਂਡ ਲੋਸ। ਇੱਕ ਫਰਮ ਐਵਰੇਜ ਕੋਸਟ ਅਤੇ ਐਵਰੇਜ ਰੈਵਨਿਊ ਦੇ ਨਾਲ ਇਹ ਡਿਟਰਮਿਨ ਕਰਦੀ ਹੈ ਉਸਨੂੰ ਪ੍ਰੋਫਿਟ ਹੋ ਰਿਹਾ ਕਿ ਲੋਸ। ਅਗਰ ਐਵਰੇਜ ਕੋਸਟ
ਅਗਰ ਐਵਰੇਜ ਕੋਸਟ ਗ੍ਰੇਟਰ ਦੈਨ ਐਵਰੇਜ ਰੈਵਨਿਊ ਦੈਟ ਮੀਨਸ ਕਿ ਫਰਮ ਨੂੰ ਲੋਸ ਹੋ ਰਿਹਾ, ਅਗਰ ਐਵਰੇਜ ਕੋਸਟ ਲੈਸ ਦੈਨ ਐਵਰੇਜ ਰੈਵਨਿਊ ਦੈਟ ਮੀਨਸ ਕਿ ਫਰਮ ਨੂੰ ਪ੍ਰੋਫਿਟ ਹੋ ਰਿਹਾ। ਇਸ ਤਰ੍ਹਾਂ ਇੱਕ ਫਰਮ ਐਵਰੇਜ ਕੋਸਟ ਅਤੇ ਐਵਰੇਜ ਰੈਵਨਿਊ ਦੇ ਹੈਲਪ ਦੇ ਨਾਲ ਪ੍ਰੋਫਿਟ ਅਤੇ ਲੋਸ ਦਾ ਐਸਟੀਮੇਟ ਲਾਉਂਦੀ ਆ।